हजे उम्मीद नहीं सी भी आपां बाहर आ जाएंगे जी इन्नी छेती। ਤੁਹਾਨੂੰ ਇਹ ਵੀ ਪਤਾ ਮੈਂ ਉਦੋਂ ਵੀ ਇਹ ਕਹਿੰਦਾ ਰਿਹਾ ਸਨੀ ਦਿਓਲ ਨੂੰ ਵੋਟ ਪਾਓ, ਕਦੇ ਵੀ ਬੀਜੇਪੀ ਦਾ ਨਾਂ ਨਹੀਂ ਲਿਆ ਕਿਉਂਕਿ ਮੇਰਾ ਉਸ ਪਾਰਟੀ ਨਾਲ ਕੋਈ ਲਿੰਕ ਨਹੀਂ। ਹਾਂਜੀ ਸਾਡੇ ਆਗੂ ਕਾਲ ਦੇਣ, ਜੋ ਉਹਨਾਂ ਦੀ ਕਾਲ ਹੋਊਗੀ ਅਸੀਂ ਉਸ ਕਾਲ ਤੇ ਖੜੇ ਹਾਂ। ਪਹਿਲਾਂ ਜਿੱਦੇ ਉਹਨਾਂ ਨੇ ਦਿੱਲੀ ਚੱਲੋ ਦੀ ਕਾਲ ਦਿੱਤੀ ਸੀ ਅਸੀਂ ਦਿੱਲੀ ਗਏ, ਫਿਰ ਉਹਨਾਂ ਨੇ 26 ਜਨਵਰੀ ਦੀ ਟਰੈਕਟਰ ਪਰੇਡ ਦੀ ਕਾਲ ਦਿੱਤੀ, 26 ਜਨਵਰੀ ਨੂੰ ਲਾਲ ਕਿਲੇ ਦੀ ਕਾਲ ਵੀ ਆਗੂਆਂ ਨੇ ਦਿੱਤੀ, ਪੰਧੇਰ ਸਾਹਿਬ ਨੇ ਤੇ ਮਨਜੀਤ ਰਾਏ ਉਹਨਾਂ ਨੇ ਦਿੱਤੀ। ਉਹਨੂੰ ਸੁਣ ਕੇ ਸਾਰੇ ਲਾਲ ਕਿਲੇ ਪਹੁੰਚੇ ਆ। ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਜਿਨ੍ਹਾਂ ਨੂੰ ਕਹਿੰਦੇ ਸੀ ਇਹ ਤਾਂ ਗਾਣਿਆਂ ਤੇ ਆ, ਇਹ ਤਾਂ ਨਸ਼ਿਆਂ 'ਚ ਆ, ਇਹਨਾਂ ਨੂੰ ਤਾਂ ਕਲਚਰ ਬਾਰੇ ਕੁਝ ਨਹੀਂ ਪਤਾ, ਤੁਸੀਂ ਦੇਖੋ ਉਹਨਾਂ 'ਚ ਵਿਰਸਾ ਵੀ ਦਿਸਿਆ, ਉਹ ਲੜੇ ਵੀ ਆ। ਉਹ ਨੌਜਵਾਨਾਂ ਨੇ ਬੜੀ ਬਾਖੂਬੀ ਨਾਲ ਜ਼ਿੰਮੇਵਾਰੀ ਨਾਲ ਉਸ ਐਜੀਟੇਸ਼ਨ 'ਚ ਰੋਲ ਨਿਭਾਇਆ। ਕੁੰਵਰ ਵਿਜੇ ਪ੍ਰਤਾਪ ਸਿੰਘ ਜੇ ਅਗਰ ਕੋਈ ਪਾਰਟੀ 'ਚ ਜਾਂਦੇ ਨੇ ਜਾਂ ਨਵਜੋਤ ਸਿੰਘ ਸਿੱਧੂ ਕੋਈ ਪਾਰਟੀ ਬਣਾਉਂਦੇ ਨੇ, ਕਿਆ ਉਸ ਵਿੱਚ ਦੀਪ ਸਿੱਧੂ ਨਜ਼ਰ ਆ ਸਕਦਾ ਹੈ? 26 ਜਨਵਰੀ ਦੀ ਦਿੱਲੀ ਵਿਖੇ ਹੋਈ ਹਿੰਸਕ ਘਟਨਾ ਦੇ ਮੁੱਖ ਆਰੋਪੀ ਮੰਨੇ ਜਾ ਰਹੇ ਦੀਪ ਸਿੱਧੂ ਦੀ ਤਿਹਾੜ ਜੇਲ੍ਹ ਤੋਂ ਜ਼ਮਾਨਤ ਹੋਣ ਤੋਂ ਬਾਅਦ ਅੱਜ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ ਅਤੇ ਨਤਮਸਤਕ ਹੋਏ ਅਤੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਤੇ ਨਾਲ ਹੀ ਉਹਨਾਂ ਨੇ ਸਨੀ ਦਿਓਲ ਤੇ ਬੋਲਦੇ ਹੋਏ ਕਿਹਾ ਕਿ ਰਾਜਨੀਤੀ ਤੌਰ ਤੇ ਨਹੀਂ ਲੇਕਿਨ ਪਰਿਵਾਰਕ ਤੌਰ ਤੇ ਸਨੀ ਦਿਓਲ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਸੀ। ਇਸ ਦੇ ਨਾਲ ਹੀ ਉਹਨਾਂ ਨੇ ਜੇਲ੍ਹ ਦੇ ਵਿੱਚ ਆਪਣੇ ਨਾਲ ਹੋਏ ਵਰਤਾਅ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ। ਪਿਆਰ ਜਿੰਨੀਆਂ ਅਰਦਾਸਾਂ ਮੇਰੇ ਲਈ ਹੋਈਆਂ ਮੈਂ ਉਹਨਾਂ ਦਾ ਦੇਣ ਨਹੀਂ ਦੇ ਸਕਦਾ। ਉਹਨਾਂ ਅਰਦਾਸਾਂ ਸਦਕੇ ਹੀ, ਉਸ ਪਿਆਰ ਸਦਕੇ ਹੀ ਮੈਂ ਬਾਹਰ ਨਿਕਲਿਆ। ਹਜੇ ਉਮੀਦ ਨਹੀਂ ਸੀ ਵੀ ਆਪਾਂ ਬਾਹਰ ਆ ਜਾਾਂਗੇ ਜੀ ਇੰਨੀ ਛੇਤੀ। ਲੇਕਿਨ ਜੀ ਲਗਾਤਾਰ ਹੀ ਮੀਡੀਆ ਨੇ ਬਹੁਤ ਵਧੀਆ ਰੋਲ ਅਦਾ ਕੀਤਾ, ਤੁਹਾਡੇ ਵਾਸਤੇ ਹਮੇਸ਼ਾ ਆਵਾਜ਼ ਚੁੱਕਦੇ ਰਹੇ ਨੇ। ਪ੍ਰੈਸ ਦਾ ਕਿੰਨਾ ਕੁ ਤੁਸੀਂ ਵੱਡਾ ਯੋਗਦਾਨ ਸਮਝਦੇ ਹੋ ਕਿ ਤੁਹਾਨੂੰ ਰਿਹਾ ਕਰਾਉਣ ਵਾਸਤੇ ਕਿੰਨਾ ਕੁ ਵੱਡਾ ਤੁਸੀਂ ਯੋਗਦਾਨ? ਦੇਖੋ ਨੈਸ਼ਨਲ ਮੀਡੀਆ ਦਾ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ, ਪਰ ਜੋ ਪੰਜਾਬ ਮੀਡੀਆ ਨੇ ਕੀਤਾ ਜਾਂ ਤੁਸੀਂ ਸਾਰਿਆਂ ਨੇ ਕੀਤਾ, ਮੈਂ ਦਿਲੋਂ ਧੰਨਵਾਦੀ ਹਾਂ ਕਿਉਂਕਿ ਤੁਸੀਂ ਸੱਚ ਨੂੰ ਔਰ ਨਿਰਪੱਖ ਹੋ ਕੇ ਸੱਚ ਨੂੰ ਦਿਖਾਇਆ। ਇਹ ਬੜਾ ਔਖਾ ਹੁੰਦਾ ਅੱਜ ਦੀ ਜ਼ਮਾਨੇ 'ਚ ਜਿੱਥੇ ਸਰਕਾਰਾਂ ਇੰਨਾ ਦਬਾਅ ਪਾ ਦਿੰਦੀਆਂ ਨਾ। ਤੁਸੀਂ ਦੇਖੋ ਵੀ ਇੱਕ ਰਿਪੋਰਟ ਆਈ ਸੀ ਹੁਣੇ ਜਿੱਥੇ ਇੰਡੀਆ ਦੇ ਜਰਨਲਿਜ਼ਮ ਨੂੰ ਟਾਰਗੇਟ ਕਰਕੇ 140ਵੀਂ ਪੋਜੀਸ਼ਨ ਤੇ ਲੈ ਗਏ 180 ਕੰਟਰੀਆਂ 'ਚੋਂ, ਹਨਾ। ਤੇ ਜਰਨਲਿਜ਼ਮ ਇੰਨੇ ਕੁ ਪ੍ਰੈਸ਼ਰ ਅੰਡਰ ਆ, ਪਰ ਪੰਜਾਬ ਦੇ ਮੀਡੀਆ ਨੇ ਮੈਨੂੰ ਲੱਗਦਾ ਉਹੀ ਜੋ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਨਾ ਵੀ ਨਿਰਪੱਖ ਰਹਿ ਕੇ ਜਰਵਾਣੇ ਦੀ ਭਖਿਆ ਤੇ ਨਿਮਾਣੇ ਦੀ ਰੱਖਿਆ। ਤੁਸੀਂ ਐਕਚੁਅਲੀ ਸਾਡੇ ਨਿਮਾਣਿਆਂ ਦੀ ਰੱਖਿਆ ਕੀਤੀ ਆ, ਬਹੁਤ ਬਹੁਤ ਧੰਨਵਾਦ। ਲੇਕਿਨ ਕੀ ਲੱਗਦਾ ਤੁਹਾਨੂੰ ਕਿ ਕੇਸਰੀ ਨਿਸ਼ਾਨ ਸਾਹਿਬ ਚੜਾਉਣਾ ਇੱਕ ਬਹੁਤ ਵੱਡਾ ਗੁਨਾਹ ਸੀਗਾ? ਤੁਹਾਨੂੰ ਲੱਗਦਾ ਹੈ ਕਿ ਨਹੀਂ ਕੋਈ ਗੁਨਾਹ ਨਹੀਂ ਹੈ ਬਾਈ। ਪਤਾ ਕਿਉਂ? ਮੈਂ ਤੁਹਾਨੂੰ ਦੱਸਾਂ, ਜਿਹੜੀ ਕਿਸਾਨ ਐਜੀਟੇਸ਼ਨ ਜਾਂ ਆਪਣਾ ਅੰਦੋਲਨ ਆ, ਮੋਰਚਾ, ਉਹ ਨਿਸ਼ਾਨ ਸਾਹਿਬ ਦੇ ਹੇਠਾਂ, ਕਿਸਾਨੀ ਝੰਡੇ ਦੇ ਹੇਠਾਂ ਤੇ ਤਿਰੰਗੇ ਦੇ ਹੇਠਾਂ ਲੜਿਆ ਜਾ ਰਿਹਾ। ਉਹ ਤਿੰਨੇ ਝੰਡੇ ਉੱਥੇ ਮੌਜੂਦ ਸੀ, ਤਿੰਨੇ ਝੰਡੇ ਸਾਡੇ ਤੰਬੂਆਂ ਤੇ ਲੱਗੇ ਆ, ਤਿੰਨੇ ਝੰਡੇ ਉੱਥੇ ਵੀ ਮੌਜੂਦ ਆ, ਪਰ ਉਹਨੂੰ ਕਿਵੇਂ ਪ੍ਰੈਜ਼ੈਂਟ ਕੀਤਾ ਗਿਆ, ਹਨਾ। ਆਪਾਂ ਹਮੇਸ਼ਾ ਕਹਿੰਦੇ ਰਹੇ ਪੀਸਫੁਲ ਰਹੋ, ਪੀਸਫੁਲ ਪ੍ਰੋਟੈਸਟ ਆ, ਜਾਬਤੇ 'ਚ ਰਹੋ, ਆਪਾਂ ਹਿੰਸਾ ਕਦੇ ਭੜਕਾਈ ਨਹੀਂ। ਮੇਰੇ ਤਾਂ ਲਾਲ ਕਿਲੇ ਦੇ ਅੰਦਰ ਬੋਲ ਸੀ ਵੀ ਅਸੀਂ ਹਿੰਸਕ ਨਹੀਂ ਆ, ਹਿੰਸਾ ਸਾਡੇ ਮਨਾਂ 'ਚ ਹੋ ਹੀ ਨਹੀਂ ਸਕਦੀ। ਪਰ ਤੁਹਾਨੂੰ ਪਤਾ ਇੱਕ ਬੰਦੇ ਨੂੰ ਟਾਰਗੇਟ ਕਰਨਾ ਹੁੰਦਾ, ਉਹਨੂੰ ਸਕੇਪਗੋਟ ਬਣਾਉਣਾ ਹੁੰਦਾ, ਉਹਨੂੰ ਕਿਵੇਂ ਪ੍ਰੈਜ਼ੈਂਟ ਕੀਤਾ ਉਹਨਾਂ ਨੇ। ਸੋ ਉਹ ਗੱਲ ਬੜੀ ਮਾੜੀ ਸੀ। ਲੇਕਿਨ ਦੀਪ ਜੀ ਜਿਸ ਤਰ੍ਹਾਂ ਤੁਹਾਡੀ ਰਿਹਾਈ ਹੋਈ ਆ ਪਹਿਲੇ ਕੇਸ ਤੋਂ, ਉਸ ਤੋਂ ਬਾਅਦ ਨਾਲ ਹੀ ਦੁਬਾਰਾ ਤੋਂ ਅਰੈਸਟ ਕਰ ਲਿੱਤਾ ਗਿਆ, ਕਿਆ ਲੱਗਦਾ ਕੇਂਦਰ ਸਰਕਾਰ ਜਾਣਬੁੱਝ ਕੇ ਤੁਹਾਡੇ ਤੇ ਪ੍ਰੈਸ਼ਰਾਈਜ਼ ਕਰਨਾ ਚਾਹੁੰਦੀ ਸੀਗੀ ਤਾਂ ਜੋ ਕਿ ਤੁਹਾਨੂੰ ਰੋਕ ਲਿੱਤਾ ਜਾਵੇ, ਯੂਥ ਜਿਹੜਾ ਪਿੱਛੇ ਹੁੰਦਾ ਨਜ਼ਰ ਆਵੇ? ਜਿਸ ਤਰ੍ਹਾਂ ਕਿ ਅੱਜ ਵੀ ਵੇਖ ਰਹੇ ਯੂਥ ਤੁਹਾਡੇ ਨਾਲ ਬਹੁਤ ਆ, ਕਿਆ ਲੱਗਦਾ ਇਸੇ ਕਰਕੇ ਟਾਰਗੇਟ ਕੀਤਾ ਗਿਆ ਤੁਹਾਨੂੰ? ਦੇਖੋ ਟਾਰਗੇਟ ਤਾਂ ਉਹ ਕਰਦੇ ਹੀ ਆ, ਔਰ ਉਹਨਾਂ ਨੇ ਇਹ ਸੁਨੇਹਾ ਵੀ ਦੇਣ ਵਾਸਤੇ ਕੇਸ ਪਾਇਆ ਸੀ ਵੀ ਅਸੀਂ ਕੁਝ ਵੀ ਕਰ ਸਕਦੇ ਹਾਂ, ਸਾਡੇ ਤੇ ਕੋਈ ਰੋਕ ਟੋਕ ਨਹੀਂ ਆ। ਪਰ ਕਿਤੇ ਨਾ ਕਿਤੇ ਉਹ ਪ੍ਰਮਾਤਮਾ ਵੀ ਬੈਠਾ ਤੇ ਉਹ ਰੱਬੀ ਰੂਹਾਂ ਦੇ ਵਿੱਚ ਬੈਠਾ ਹੁੰਦਾ ਜਿਹੜਾ ਤੁਹਾਡੇ ਲਈ ਖੜ ਜਾਂਦੀਆਂ। ਤੁਸੀਂ ਤਿੰਨੇ ਕੋਰਟ ਦੇ ਆਰਡਰ ਪੜ੍ਹ ਲਓ। ਇੱਕ ਆਰਡਰ ਦਿੱਤਾ ਸੈਸ਼ਨ ਜੱਜ ਨੇ, ਦੂਜਾ ਦਿੱਤਾ ਗਜਿੰਦਰ ਸਿੰਘ ਨਾਗਰ ਨੇ, ਤੀਜਾ ਦਿੱਤਾ ਇੱਕ ਸਾਹਿਲ ਗੁਪਤਾ ਉਹਨਾਂ ਨੇ। ਜੁਡੀਸ਼ਰੀ ਨੇ ਇੰਨਾ ਫੇਅਰ ਟਰਾਇਲ ਦਿੱਤਾ ਬਾਈ, ਤੇ ਇੰਨੇ ਚੰਗੇ ਜੱਜ ਮਿਲੇ ਆ ਵੀ ਮੈਂ ਉਹੀ ਕਹਿੰਦਾ ਨਾ ਅਰਦਾਸਾਂ ਸਦਕੇ ਹੀ ਹੋਇਆ ਤੇ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਮਿਹਰ ਸਦਕੇ ਹੋਇਆ। ਅਦਰਵਾਈਜ਼ ਪੋਸੀਬਲ ਨਹੀਂ ਸੀ ਵੀ ਇੰਨੀ ਛੇਤੀ ਬਾਹਰ ਆ ਜਾਂਦਾ ਜੀ। ਲੇਕਿਨ ਤੁਹਾਡੀਆਂ ਹਾਂਜੀ ਬਿਲਕੁਲ ਜੀ, ਉੱਥੇ ਤਾਂ ਆਉਣਾ ਹੀ ਆਉਣਾ ਜੀ। ਮੈਂ ਹੁਣ ਜਾਊਂਗਾ ਜੀ ਕਿਉਂਕਿ ਮੈਂ ਬੰਬੇ ਰਹਿਣਾ, ਮਹਾਰਾਸ਼ਟਰ ਮੁੰਬਈ, ਤਾਂ ਮੈਂ ਹਜੂਰ ਸਾਹਿਬ ਵੀ ਜਾ ਕੇ ਨਤਮਸਤਕ ਹੋਊਂਗਾ ਜੀ ਉੱਥੇ। ਲੇਕਿਨ ਦੀਪ ਜੀ ਜਿਸ ਤਰ੍ਹਾਂ ਤੁਹਾਡੀਆਂ ਫੋਟੋਆਂ ਟਰੋਲ ਕੀਤੀਆਂ ਗਈਆਂ, ਠੀਕ ਹੈ ਜੀ, ਠੀਕ ਹੈ ਠੀਕ ਹੈ। ਜਿਸ ਤਰ੍ਹਾਂ ਜੀ ਜਿਸ ਤਰ੍ਹਾਂ ਤੁਹਾਡੀਆਂ ਫੋਟੋਆਂ ਟਰੋਲ ਕੀਤੀਆਂ
ਜਿਸ ਤਰ੍ਹਾਂ ਤੁਹਾਡੀਆਂ ਫੋਟੋਆਂ ਟਰੋਲ ਕੀਤੀਆਂ ਗਈਆਂ ਆਰਐਸ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ, ਕਿ ਲੱਗਦਾ ਸੀਗਾ ਕਿ ਇੱਕ ਪ੍ਰੋਪੋਗੈਂਡਾ ਸੈੱਟ ਕੀਤਾ ਜਾ ਰਿਹਾ ਤੁਹਾਡੇ ਖਿਲਾਫ ਲਗਾਤਾਰ ਹੀ ਜਿਹੜਾ ਸੀਗਾ। ਹਾਂਜੀ, ਉਹ ਪ੍ਰੋਪਗੈਂਡਾ ਸੈੱਟ ਕੀਤਾ ਹੀ ਗਿਆ ਸੀ, ਇਹਦੇ 'ਚ ਕੋਈ ਸ਼ੱਕ ਨਹੀਂ। ਤੁਸੀਂ ਇਹ ਦੇਖੋ, ਆਪਾਂ ਤੁਹਾਨੂੰ ਤਾਂ ਸਾਰਿਆਂ ਨੂੰ ਪਤਾ, ਇੱਥੇ ਆਪਾਂ ਸਨੀ ਦਿਓਲ ਬਾਈ ਦੀ ਇਲੈਕਸ਼ਨ ਲੜੀ, ਤੁਹਾਨੂੰ ਇਹ ਵੀ ਪਤਾ ਮੈਂ ਉਦੋਂ ਵੀ ਇਹ ਕਹਿੰਦਾ ਰਿਹਾ ਸਨੀ ਦਿਓਲ ਨੂੰ ਵੋਟ ਪਾਓ, ਕਦੇ ਵੀ ਬੀਜੇਪੀ ਦਾ ਨਾਂ ਨਹੀਂ ਲਿਆ, ਕਿਉਂਕਿ ਮੇਰਾ ਉਸ ਪਾਰਟੀ ਨਾਲ ਕੋਈ ਲਿੰਕ ਨਹੀਂ। ਪਰ ਇਹ ਜਾਣਬੁੱਝ ਕੇ ਪ੍ਰੋਪਗੈਂਡਾ ਸੈੱਟ ਕੀਤਾ ਗਿਆ, ਇਹਦੇ ਪਿੱਛੇ ਬੜੇ ਕਾਰਨ ਆ, ਤੇ ਉਹ ਪ੍ਰੋਪਗੈਂਡਾ ਦੇਖੋ ਆਪਦੇ ਆਪ ਹੀ ਟੁੱਟ ਗਿਆ। ਦੀਪ ਸਿੱਧੂ ਨੂੰ ਹੁਣ ਕਦੋਂ ਕਿਸਾਨੀ ਮੋਰਚੇ 'ਚ ਵੇਖਿਆ ਜਾ ਸਕਦਾ? ਹੁਣ ਉਹ 2-3 ਦਿਨਾਂ 'ਚ ਫਿਰ ਮੈਂ ਉਹਨਾਂ ਦਾ ਤਾਂ ਸਿਪਾਹੀ ਆ ਜੀ, ਫਿਰ ਉੱਥੇ 2-3 ਦਿਨਾਂ 'ਚ ਜਾਵਾਂਗੇ। ਉਹਨਾਂ ਨਾਲ ਗੱਲ ਹੋ ਗਈ? ਨਹੀਂ, ਉਹਦੇ ਨਾਲ ਨਹੀਂ ਗੱਲ ਹੋਈ ਹਜੇ ਜੀ। ਕੀ ਲੱਗਦਾ ਹੈ ਕਿ ਫਿਰ ਦੁਬਾਰਾ ਤੋਂ ਮੋਰਚਾ ਉੱਥੇ ਲਾਇਆ ਜਾ ਸਕਦਾ ਹੈ? ਉਹ ਤੇ ਜੇ ਵਿਧਾਨ ਸਭਾ ਤੇ ਲੋਕ ਸਭਾ ਘੇਰਨ ਦੀ ਜ਼ਰੂਰਤ ਪਈ ਤੇ ਕੀ ਫਿਰ ਦੁਬਾਰਾ ਤੋਂ ਘੇਰੀ ਜਾ ਸਕਦੀ ਹੈ? ਹਾਂਜੀ, ਸਾਡੇ ਆਗੂ ਕਾਲ ਦੇਣ, ਜੋ ਉਹਨਾਂ ਦੀ ਕਾਲ ਹੋਊਗੀ ਅਸੀਂ ਉਸ ਕਾਲ ਤੇ ਖੜੇ ਹਾਂ। ਪਹਿਲਾਂ ਜਿੱਦੇ ਉਹਨਾਂ ਨੇ ਦਿੱਲੀ ਚੱਲੋ ਦੀ ਕਾਲ ਦਿੱਤੀ ਸੀ, ਅਸੀਂ ਦਿੱਲੀ ਗਏ। ਫਿਰ ਉਹਨਾਂ ਨੇ 26 ਜਨਵਰੀ ਦੀ ਟਰੈਕਟਰ ਪਰੇਡ ਦੀ ਕਾਲ ਦਿੱਤੀ। 26 ਜਨਵਰੀ ਨੂੰ ਲਾਲ ਕਿਲੇ ਦੀ ਕਾਲ ਵੀ ਆਗੂਆਂ ਨੇ ਦਿੱਤੀ, ਪੰਧੇਰ ਸਾਹਿਬ ਨੇ ਤੇ ਮਨਜੀਤ ਰਾਏ ਉਹਨਾਂ ਨੇ ਦਿੱਤੀ। ਉਹਨੂੰ ਸੁਣ ਕੇ ਸਾਰੇ ਲਾਲ ਕਿਲੇ ਪਹੁੰਚੇ ਆ। ਲੇਕਿਨ ਵੀਰ ਜੀ, ਜਦੋਂ ਤੁਹਾਨੂੰ ਗੱਦਾਰ ਤੱਕ ਦਾ ਅਵਾਰਡ ਦੇ ਦਿੱਤਾ ਕਿਸਾਨ ਜਥੇਬੰਦੀਆਂ ਨੇ, ਕਿਤੇ ਮਨ ਨਹੀਂ ਡੋਲਿਆ ਕਿ ਮੈਂ ਇਹਨਾਂ ਪਾਸੇ ਇਹ ਸਭ ਕੁਝ ਕਰ ਰਿਹਾ ਸੀਗਾ? ਬੇਸ਼ੱਕ ਸਾਡੇ ਆਗੂਆਂ ਨੇ ਇਹ ਬਿਆਨ ਦਿੱਤਾ, ਕਿਸੇ ਨੇ ਵੀ ਨਹੀਂ, ਸੰਗਤ ਨੇ ਬਹੁਤ ਪਿਆਰ ਦਿੱਤਾ। ਕਿਆ ਲੱਗਦਾ ਸੀਗਾ ਉਸ ਸਮੇਂ ਮਨ ਡੋਲਿਆ ਸੀਗਾ ਕਿ ਜਦੋਂ ਉਹਨਾਂ ਨੇ ਕਹਿਤਾ ਕਿ ਨਹੀਂ ਇਹ ਗੱਦਾਰ ਹੈ? ਮਨ ਡੋਲਿਆ ਮਤਲਬ ਮੈਂ ਹਰਟ ਤਾਂ ਜ਼ਰੂਰ ਹੋਇਆ ਸੀ। ਦੇਖੋ, ਜਦੋਂ ਤੁਹਾਨੂੰ ਸਰਟੀਫਿਕੇਟ ਵੰਡਣ ਲੱਗ ਜਾਣ ਤੇ ਤੁਸੀਂ ਮਹੀਨਿਆਂ ਬੱਧੀ ਸਭ ਕੁਝ ਛੱਡ ਕੇ ਨਾਲ ਬੈਠੇ ਹੋ, ਦਿਨ ਰਾਤ ਇੱਕ ਕੀਤਾ, ਤੇ ਉਦੋਂ ਤੁਹਾਡੇ ਤੇ ਇਹੋ ਜਿਹੀਆਂ ਤੌਹਮਤਾਂ ਲੱਗਣ, ਆਪਾਂ ਇਨਸਾਨ ਆ ਨਾ ਹਜੇ, ਤੇ ਹਰਟ ਤਾਂ ਜ਼ਰੂਰ ਹੋਇਆ। ਪਰ ਫਿਰ ਕਿਤੋਂ ਨਾ ਕਿਤੋਂ ਉਹ ਹੌਸਲਾ ਇਸ ਭਰੋਸੇ ਚੋਂ ਹੀ ਮਿਲਦਾ ਜਿਹੜਾ ਆਪਾਂ ਗੁਰੂ ਪਾਤਸ਼ਾਹ 'ਚ ਰੱਖਦੇ ਹਾਂ। ਲਾਸਟ ਕੁਐਸਚਨ ਮੇਰਾ, ਕਿ ਜੇ ਨੌਜਵਾਨਾਂ ਨੂੰ ਹੁਣ ਕੀ ਅਪੀਲ ਕਰਨਾ ਚਾਹੋਗੇ ਦਿੱਲੀ ਜਾਣ ਵਾਸਤੇ? ਦੇਖੋ, ਨੌਜਵਾਨੀ ਨੇ ਇੰਨਾ ਸੋਹਣਾ ਰੋਲ ਨਿਭਾਇਆ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ, ਜਿਨ੍ਹਾਂ ਨੂੰ ਕਹਿੰਦੇ ਸੀ ਇਹ ਤਾਂ ਗਾਣਿਆਂ ਤੇ ਆ, ਇਹ ਤਾਂ ਨਸ਼ਿਆਂ 'ਚ ਆ, ਇਹਨਾਂ ਨੂੰ ਤਾਂ ਕਲਚਰ ਬਾਰੇ ਕੁਝ ਨਹੀਂ ਪਤਾ। ਤੁਸੀਂ ਦੇਖੋ, ਉਹਨਾਂ 'ਚ ਵਿਰਸਾ ਵੀ ਦਿਸਿਆ, ਉਹ ਲੜੇ ਵੀ ਆ। ਉਹ ਨੌਜਵਾਨਾਂ ਨੇ ਬੜੀ ਬਾਖੂਬੀ ਨਾਲ, ਜ਼ਿੰਮੇਵਾਰੀ ਨਾਲ ਉਸ ਐਜੀਟੇਸ਼ਨ 'ਚ ਰੋਲ ਨਿਭਾਇਆ। ਮੈਂ ਇਹ ਕਹਿਣਾ ਵੀ ਇਸ ਨੌਜਵਾਨੀ 'ਚ ਇਹ ਸਮਰੱਥਾ ਵੀ ਇਹ ਰਾਤੋਂ ਰਾਤ ਜ਼ੀਰੋ ਤੋਂ ਹੀਰੋ ਬਣ ਜਾਂਦੇ ਆ। ਸੋ ਇਹਨਾਂ ਨੌਜਵਾਨਾਂ ਤੇ ਭਰੋਸਾ ਰੱਖੋ, ਆਉਣ ਵਾਲਾ ਪੰਜਾਬ ਦਾ ਭਵਿੱਖ ਜਿਹੜਾ ਉਹ ਇਹਨਾਂ ਦੇ ਮੋਢਿਆਂ ਤੇ ਆ, ਇਹ ਸਾਂਭ ਲੈਣਗੇ। ਪੰਜਾਬ ਦੇ ਭਵਿੱਖ ਦੀ ਗੱਲ ਕੀਤੀ, ਨਵਜੋਤ ਸਿੰਘ ਸਿੱਧੂ ਬਹੁਤ ਜ਼ਿਆਦਾ ਇਸ ਟਾਈਮ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬੋਲ ਰਹੇ ਨੇ। ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਸੀਟ ਨੂੰ ਜਿਹੜਾ ਬਿਲਕੁਲ ਦਰਕਨਾਰ ਕਰਤਾ ਗਿਆ। ਕਿਸ ਤਰ੍ਹਾਂ ਵੇਖਦੇ ਹੋ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਤੁਸੀਂ? ਦੇਖੋ, ਇਹ ਤਾਂ ਮੇਨ ਸਟ੍ਰੀਮ ਪੋਲਿਟਿਕਸ ਦੇ ਸਾਰੇ ਬੰਦੇ ਆ, ਹਨਾ। ਇਹ ਜਿਹੜਾ ਮੇਨ ਸਟ੍ਰੀਮ ਪੋਲਿਟਿਕਸ ਹੁੰਦੀ ਆ ਨਾ, ਇੱਥੇ ਇੱਕ ਦੂਜੇ ਨੂੰ ਟਾਰਗੇਟ ਕਰਨਾ, ਔਰ ਹੋ ਸਕਦਾ ਵੀ ਉਹ ਕਈ ਵਾਰੀ ਇਸ ਲੈਵਲ ਤੱਕ ਚਲੇ ਜਾਂਦੇ ਆ ਵੀ ਉਹ ਤਰੀਕਾ ਤੇ ਸਲੀਕਾ ਵੀ ਭੁੱਲ ਜਾਂਦੇ ਆ, ਉਹਨਾਂ ਦੀ ਬੋਲੀ 'ਚ ਨਫਾਸਤ ਨਹੀਂ ਰਹਿੰਦੀ। ਪਰ ਮੈਨੂੰ ਐਂ ਲੱਗਦਾ ਵੀ ਸਾਨੂੰ ਇਹ ਸਭ ਚੀਜ਼ਾਂ ਸਿੱਖਣੀਆਂ ਪੈਣਗੀਆਂ, ਚਾਹੇ ਕੌਨਫਲਿਕਟ ਪੋਲਿਟਿਕਸ ਹੋਵੇ, ਚਾਹੇ ਮੇਨ ਸਟ੍ਰੀਮ ਪੋਲਿਟਿਕਸ ਹੋਵੇ। ਲਾਸਟ ਕੁਐਸਚਨ ਹੈ ਜੀ, ਕੁੰਵਰ ਵਿਜੇ ਪ੍ਰਤਾਪ ਸਿੰਘ ਜੇ ਅਗਰ ਕੋਈ ਪਾਰਟੀ 'ਚ ਜਾਂਦੇ ਨੇ ਜਾਂ ਨਵਜੋਤ ਸਿੰਘ ਸਿੱਧੂ ਕੋਈ ਪਾਰਟੀ ਬਣਾਉਂਦੇ ਨੇ, ਕਿਆ ਉਸ ਵਿੱਚ ਦੀਪ ਸਿੱਧੂ ਨਜ਼ਰ ਆ ਸਕਦਾ ਹੈ ਜੀ? ਨਹੀਂ, ਇਹ ਦੇਖੋ, ਬੰਦਿਆਂ ਦੇ ਨਾਲ ਪਾਰਟੀ ਆਈਡੈਂਟੀਫਾਈ ਨਹੀਂ ਮੈਂ ਕਰਦਾ। ਪਾਰਟੀ ਦੀ ਸਟ੍ਰੈਟਜੀ ਕੀ ਆ, ਪਾਰਟੀ ਦੀ ਉਹਨਾਂ ਦੀ ਰਣਨੀਤੀ ਕੀ ਆ, ਉਹਨਾਂ ਦੀ ਆਈਡੀਓਲੋਜੀ ਕੀ ਆ, ਉਹ ਕਿਹੜੇ ਮਸਲਿਆਂ ਦੀ ਗੱਲ ਕਰ ਰਹੇ ਆ, ਉਹਦੇ ਨਾਲ ਮੇਰਾ ਤਾਰੁਫ ਹੋਊਗਾ। ਜੇ ਕੋਈ ਇਹੋ ਜਿਹੀ ਪਾਰਟੀ ਜਿਹੜੀ ਪੰਜਾਬ ਦੇ ਅਸਲ ਮੁੱਦਿਆਂ ਦੀ ਗੱਲ ਕਰਦੀ ਆ, ਪੰਜਾਬ ਦੀ ਆਈਡੀਓਲੋਜੀ ਦੀ ਗੱਲ ਕਰਦੀ ਆ, ਜਿਹੜੀ ਸਾਡੇ ਇਮੋਸ਼ਨਸ ਆ, ਲੋਕਾਂ ਦੇ ਜੈਨੂਇਨ ਇਮੋਸ਼ਨਸ, ਉਹਨਾਂ ਦੀ ਗੱਲ ਕਰਦੀ ਆ, ਸੋ ਆਲ ਬੀ ਵਿਦ them। ਥੈਂਕ ਯੂ ਸੋ ਮਚ ਸਰ।